ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਿਥਮੈ ਸਾਸਨ ਮਾਸਨ ਅੰਧ ਤੰਦ ਕਛ ਖਬਰ ਨ ਪਾਈ। ਪ੍ਰਿਥਮੈ ਸਾਸਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ। ਰਖਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ। ਪੌਣ ਪਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਿਲਾਈ। ਪੰਚਮ ਵਿੱਚ ਆਕਾਸ਼ ਕਰ ਕਰਤਾ ਛਠਮ ਅਰਿਸ਼ਟ ਸਮਾਈ। ਪੰਜ ਤਤ 25 ਗੁਣ ਛਤਰ ਮਿਲਤ ਮਿਲ ਦੇਹ ਬਣਾਈ। ਖਾਣੀ ਬਾਣੀ ਚਲਤ ਕਰ ਆਵਾ ਗੌਣ ਚਰਿਤਰ ਦਿਖਾਈ। 84 ਲੱਖ ਜੋਨ ਉਪਾਈ। 84 ਲੱਖ ਜੋਨ ਉਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਰੋਜ਼ਾਨਾ ਦੀ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਵਿੱਤਰ ਵਾਰਾਂ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਪਹਿਲੀ ਵਾਰ ਦੀ ਪਹਿਲੀ ਪੌੜੀ ਸਰਵਣ ਕੀਤੀ ਸੀ। ਆਓ ਹੁਣ ਆਪ ਜੀ ਨੇ ਪਹਿਲੀ ਵਾਰ ਦੀ ਦੂਸਰੀ ਪੌੜੀ ਦਾ ਪਾਠ ਸਰਵਣ ਕੀਤਾ। ਭਾਈ ਸਾਹਿਬ ਜੀ ਦੂਸਰੀ ਪੌੜੀ ਵਿੱਚ ਕੀ ਬਿਆਨ ਕਰਦੇ ਹਨ ਕਿ ਸੰਸਾਰ ਦੀ ਉਤਪਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ। ਭਾਈ ਸਾਹਿਬ ਜੀ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਸੰਸਾਰ ਵਿੱਚ ਕੁਝ ਵੀ ਨਹੀਂ ਸੀ। ਉਸ ਸਮੇਂ ਦੇ ਬਾਰੇ ਤਾਂ ਆਪਾਂ ਕੁਝ ਕਹਿ ਵੀ ਨਹੀਂ ਸਕਦੇ। ਪ੍ਰਿਥਮੈ ਸਾਸਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ। ਉਸ ਸਮੇਂ ਬਾਰੇ ਜਦੋਂ ਸੰਸਾਰ ਵਿੱਚ ਹਨੇਰਾ ਹੀ ਹਨੇਰਾ ਸੀ, ਕੁਛ ਵੀ ਨਹੀਂ ਸੀ। ਨਾ ਸਵਾਸ ਸੀ ਨਾ ਮਾਸ, ਮਤਲਬ ਕੋਈ ਸਰੀਰ ਸੀ। ਜਿਸ ਤਰ੍ਹਾਂ ਪਾਤਸ਼ਾਹ ਜੀ ਬਾਣੀ ਵਿੱਚ ਬਿਆਨ ਕਰਦੇ ਆ ਮਾਰੂ ਰਾਗ ਵਿੱਚ, ਅਰਬਦ ਨਰਬਦ ਧੁੰਦੂ ਕਾਰਾ ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨ ਚੰਦ ਨ ਸੂਰਜ ਸੁਨ ਸਮਾਧ ਲਗਾਏਂਦਾ। ਭਾਈ ਸਾਹਿਬ ਜੀ ਕਹਿੰਦੇ ਉਸ ਸਮੇਂ ਦੀ ਵਿਚਾਰ ਤਾਂ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਉਸ ਸਮੇਂ ਦੇ ਬਾਰੇ। ਪਰ ਹਾਂ, ਜਦੋਂ ਸ੍ਰਿਸ਼ਟੀ ਦੀ ਰਚਨਾ ਆਰੰਭ ਕੀਤੀ ਹੈ, ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ। ਇਹ ਰਕਤ ਬਿੰਦ ਖੂਨ ਅਤੇ ਬਿੰਦ ਦੀ ਦੇਹੀ ਰਚ ਕਰਕੇ ਪੰਜਾਂ ਤੱਤਾਂ ਦੀ ਰਚਨਾ ਕੀਤੀ ਆ। ਜਦੋਂ ਅਕਾਲ ਪੁਰਖ ਨੇ ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ, ਪਾਣੀ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਤੇ ਸਾਰਿਆਂ ਵਿੱਚ ਆਪਣੀ ਜੋਤ ਰੱਖੀ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਇਉਂ ਅਕਾਲ ਪੁਰਖ ਨੇ ਅੱਗ ਮਿੱਟੀ ਪਾਣੀ ਹਵਾ ਅਤੇ ਆਕਾਸ਼ ਨੂੰ ਮਿਲਾ ਕਰਕੇ ਪੰਜਾਂ ਤੱਤਾਂ ਦੀ ਜੜਤ ਜੜੀ ਭਾ ਪੰਜਾਂ ਤੱਤਾਂ ਨੂੰ ਇਕੱਠੇ ਕੀਤਾ। ਰਕਤ ਅਤੇ ਬਿੰਦ ਦੀ ਇਹ ਸੁੰਦਰ ਦੇਹੀ ਬਣਾਉਣੀ ਕੀਤੀ। ਪੌਣ ਪਾਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਿਲਾਈ। ਪੰਚਮ ਵਿੱਚ ਆਕਾਸ਼ ਕਰ ਪੰਜਵਾਂ ਆਕਾਸ਼ ਤੱਤ ਲਾਇਆ। ਕਰਤਾ ਛਠਮ ਅਦ੍ਰਿਸ਼ਟ ਸਮਾਈ। ਤੇ ਆਪ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਜਿਹੜੇ ਕਰਤਾ ਪੁਰਖ ਹਨ, ਉਹ ਛੇਵੇਂ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਇਹ ਸਰੀਰ ਦੇ ਵਿੱਚ ਵੜ ਬੈਠੇ। ਅਦ੍ਰਿਸ਼ਟ ਜੋ ਦਿਖਾਈ ਨਹੀਂ ਦਿੰਦਾ, ਇਸ ਤਰ੍ਹਾਂ ਅਕਾਲ ਪੁਰਖ ਨੇ ਪੰਜ ਤੱਤ 25 ਪ੍ਰਕਿਰਤੀਆਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਇਕੱਠੇ ਕੀਤਾ ਜਿਹੜੇ ਕਿ ਸਾਰੇ ਇੱਕ ਦੂਜੇ ਦੇ ਐਂਟੀ ਹਨ। ਪਰ ਇਹ ਸਾਰੇ ਕਰਤੇ ਦੇ ਹੁਕਮ ਵਿੱਚ ਆਪੋ ਆਪਣਾ ਜਿਹੜਾ ਹੈ ਡਿਊਟੀ ਆਪਣਾ ਨਿਭਾ ਰਹੇ ਹਨ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਭਉ ਵਿੱਚ ਪਵਨ ਬਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ।
ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਭਾਈ ਸਾਹਿਬ ਜੀ ਲਿਖਦੇ ਹਨ, ਭਾਵੇਂ ਪੰਜੇ ਤੱਤ 25 ਪ੍ਰਕਿਰਤੀਆਂ ਇੱਕ ਦੂਜੇ ਦੇ ਐਂਟੀ ਹਨ, ਪੰਜ ਤੱਤ 25 ਗੁਣ ਛਤਰ ਮਿੱਤਰ ਮਿਲ ਦੇਹ ਬਣਾਈ। ਇਹਨਾਂ ਸਾਰੇ 40 ਦੇ 40 ਪੁਆਇੰਟਾਂ ਨੂੰ ਇੱਕ ਥਾਂ ਤੇ ਇਕੱਠੇ ਕੀਤਾ ਹੈ। ਖਾਣੀ ਬਾਣੀ ਚਲਤ ਕਰ ਅਤੇ ਖਾਣੀਆਂ ਬਾਣੀਆਂ, ਚਾਰ ਖਾਣੀਆਂ ਚਾਰ ਬਾਣੀਆਂ ਦੀ ਰਚਨਾ ਕਰਕੇ ਆਪਣਾ ਅਨੋਖਾ ਕੌਤਕ, ਆਪਣਾ ਅਨੋਖਾ ਚਰਿੱਤਰ ਦੁਨੀਆ ਦੇ ਵਿੱਚ ਕਰਨਾ ਕੀਤਾ, ਦੁਨੀਆ ਨੂੰ ਵਿਖਾਉਣਾ ਕੀਤਾ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਆਵਾ ਗਉ ਚਿੱਤਰ ਦਿਖਾਈ 84 ਲੱਖ ਜੋਨ ਉਪਾਈ। ਇਉਂ ਪਰਿਪੂਰਨ ਪਰਮਾਤਮਾ ਨੇ 84 ਲੱਖ ਜੀਵਾਂ ਨੂੰ ਪੈਦਾ ਕੀਤਾ, 84 ਲੱਖ ਜੂਨੀਆਂ ਨੂੰ ਪੈਦਾ ਕੀਤਾ ਹੈ। ਭਾਈ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਪਹਿਲੀ ਵਾਰ ਦੀ ਤੀਸਰੀ ਪੌੜੀ 84 ਲੱਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ। 84 ਲੱਖ ਜਿਹੜੀ ਜੂਨ ਸਾਜੀ ਹੈ, ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਇਹਨਾਂ 84 ਲੱਖ ਜੂਨ ਦਾ ਸਰਤਾਜ ਜਿਹੜਾ ਹੈ ਮਨੁੱਖਾ ਜਨਮ ਨੂੰ ਬਣਾਉਣਾ ਕੀਤਾ। ਮੇਰੇ ਪ੍ਰੀਤਮ ਇਸੇ ਬਚਨ ਨੂੰ ਬਾਣੀ 'ਚ ਬਿਆਨ ਕਰਦੇ ਹਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰ ਸਬਰੈ ਮਨ ਪ੍ਰਭ ਧਿਆਈ ਜੈ। ਭਾਈ ਨੰਦ ਲਾਲ ਜੀ ਗੋਇਆ ਬਖਸ਼ਿਸ਼ ਕਰਦੇ ਹਨ, ਭਗਤੀ ਤਾਂਗ ਪੀਆ ਦੀ ਲੱਗੀ, ਤਨ ਖਾਕੀ ਵਿੱਚ ਆਏ ਵਾਹ। ਨਹੀਂ ਤਾਂ ਚਾਹ ਆਵਣ ਦਾ ਕੀ ਸੀ, ਜਿਸ ਪਿੱਛੇ ਉੱਠ ਧਾਏ ਵਾਹ। ओहा उम्र चंगेरी जिहड़ी अंदर याद बिहा जाए, नीले इस आकाशों नहीं तां की कुछ लाभ उठाए वाह। तो इस तरह 84 लाख जून की अकाल पुरख ने रचना कर दी, 84 लाख जून साज दी। तो इसका सरताज जिहड़ा है मनुख नूं मानस जामे नूं बख्शिश कीता है। मानस जामे नूं श्रोमणी दस्या है। 84 ਲੱਖ ਜੂਨ ਨੂੰ ਛੱਡ ਕੇ ਕੇਵਲ ਤੇ ਕੇਵਲ ਮਨੁੱਖ ਜਾਮੇ ਦੇ ਵਿੱਚ ਹੀ ਅਸੀਂ ਅੱਖਾਂ ਕਰਕੇ ਜੋ ਵੇਖਦੇ ਹਾਂ ਉਹਨੂੰ ਚੰਗਾ ਤੇ ਮਾੜਾ ਜੱਜਮੈਂਟ ਕਰ ਸਕਦੇ ਹਾਂ, ਚੰਗੇ ਤੇ ਮਾੜੇ ਨੂੰ ਸਮਝ ਸਕਦੇ ਹਾਂ। ਕੰਨਾਂ ਦੇ ਨਾਲ ਸੁਣੇ ਹੋਏ ਨੂੰ ਚੰਗਾ ਮਾੜਾ ਜੱਜਮੈਂਟ ਕਰਕੇ ਸਮਝ ਸਕਦੇ ਹਾਂ ਤੇ ਮੁਖ ਦੇ ਨਾਲ ਅਸੀਂ ਚੰਗਾ ਮਾੜਾ ਸੋਚ ਕਰਕੇ ਬੋਲ ਸਕਦੇ ਹਾਂ। ਇਹ ਜਿਹੜਾ ਗੁਣ ਹੈ ਕੇਵਲ ਤੇ ਕੇਵਲ ਮਾਨਸ ਜਾਮੇ ਦੇ ਵਿੱਚ ਹੈ। ਗੁਰੂ ਪਿਆਰਿਓ, ਮਨੁੱਖ ਦੇ ਅੰਦਰ ਗਿਆਨ ਬਖਸ਼ਿਸ਼ ਕੀਤਾ ਅਕਾਲ ਪੁਰਖ ਨੇ। ਹੱਥਾਂ ਦੇ ਨਾਲ ਬੰਦਾ ਕੰਮਕਾਰ ਕਰ ਸਕਦਾ ਹੈ, ਪੈਰਾਂ ਨਾਲ ਚੱਲ ਕੇ ਚਾਹੇ ਤਾਂ ਸਤਸੰਗ ਵਿੱਚ ਵੀ ਜਾ ਸਕਦਾ ਹੈ। ਹੱਥੀਂ ਕਾਰ ਕਮਾਮਨੀ, ਪੈਰੀ ਸਤਸੰਗ ਚੱਲ ਅਵੇਹੀ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਹੱਥਾਂ ਦੇ ਨਾਲ ਮਨੁੱਖ ਕਿਰਤ ਕਰ ਸਕਦਾ ਹੈ, ਆਪਣੀ ਮਰਜ਼ੀ ਦੇ ਨਾਲ, ਚੰਗੀ ਜਾਂ ਮਾੜੀ। ਮਨੁੱਖ ਨੂੰ ਖੁਦ ਮੁਖਤਿਆਰ ਬਣਾ ਦਿੱਤਾ ਹੈ ਅਕਾਲ ਪੁਰਖ ਨੇ ਗਿਆਨ ਦੀ ਬਖਸ਼ਿਸ਼ ਕਰਕੇ। ਪੈਰਾਂ ਦੇ ਨਾਲ ਮਨੁੱਖ ਚਾਹੇ ਤਾਂ ਸਤਸੰਗ ਵਿੱਚ ਵੀ ਜਾ ਸਕਦਾ ਹੈ, ਪਰ ਮਨੁੱਖ ਵਿਕਾਰਾਂ ਦੇ ਕਾਰਨ ਪੁੱਠੇ ਪਾਸੇ ਵੀ ਜਾ ਰਿਹਾ ਹੈ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ ਹੀ। ਮਨੁੱਖ ਦੇ ਅੰਦਰ ਇਹ ਗਿਆਨ ਬਖਸ਼ਿਸ਼ ਕਰ ਦਿੱਤਾ ਹੈ, ਇਹ ਗਿਆਨ ਪਾ ਦਿੱਤਾ ਹੈ ਅਕਾਲ ਪੁਰਖ ਨੇ। ਜੇ ਮਨੁੱਖ ਆਪਣੇ ਦਿਮਾਗ ਤੋਂ ਕੰਮ ਲਵੇ, ਅਕਲ ਤੋਂ ਕੰਮ ਲਵੇ ਤੇ ਧਰਮ ਦੀ ਕਿਰਤ ਕਰਕੇ ਆਪ ਤੇ ਆਪਣੇ ਪਰਿਵਾਰ ਨੂੰ ਪਾਲ ਸਕਦਾ। ਇਹੀ ਹੁਕਮ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਪਰ ਇਹ ਗੁਣ ਜਿਹੜੇ ਹਨ ਮਨੁੱਖਾਂ ਤੋਂ ਬਗੈਰ ਬਾਕੀ 84 ਲੱਖ ਜੂਨਾਂ ਵਿੱਚ ਨਹੀਂ ਹੈ। ਭਾਈ ਸਾਹਿਬ ਜੀ ਕਹਿੰਦੇ
ਇਹ ਮਨੁੱਖ ਧਰਮ ਦੀ ਕਿਰਤ ਵੀ ਕਰ ਸਕਦਾ, ਪਰ ਇਸ ਦੇ ਉਲਟ ਮਨੁੱਖ ਗੁਰੂ ਪਿਆਰੋ ਸੰਸਾਰ ਦੇ ਵਿੱਚ ਠੱਗੀਆਂ ਮਾਰਨ ਤੇ ਵੀ ਤੁਲਿਆ ਹੋਇਆ, ਡਾਕੇ ਮਾਰਨ ਤੇ ਵੀ ਤੁਲਿਆ ਹੋਇਆ। ਮਨੁੱਖ ਨੂੰ ਗਿਆਨ ਵੀ ਦਿੱਤਾ ਹੈ ਤੇ ਨਾਲ ਹੀ ਮਨੁੱਖ ਨੂੰ ਇਹ ਵੀ ਕਹਿ ਦਿੱਤਾ ਤੂੰ ਖੁਦ ਮੁਖਤਿਆਰ ਤਾਂ ਹੈ, ਜੋ ਚਾਹੇ ਸੋ ਕਰ ਸਕਦਾ ਹੈ, ਪਰ ਉਸ ਦਾ ਫਲ ਵੀ ਤੈਨੂੰ ਹੀ ਭੋਗਣਾ ਪੈਣਾ। ਚੰਗੇ ਦਾ ਚੰਗਾ ਫਲ, ਮਾੜੇ ਦਾ ਮਾੜਾ ਫਲ। ਮਨੁੱਖ ਜਨਮ ਉੱਤਮ ਬਣਾਇਆ ਅਕਾਲ ਪੁਰਖ ਨੇ, ਮਾਨਸ ਜਨਮ ਦੁਲੰਭ। ਮਨੁੱਖਾ ਜਨਮ ਦੁਰਲੱਭ ਹੈ। ਗੁਰਮੁਖ ਪਾਇਆ ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਕੀਤਾ, ਉਹਨਾਂ ਦਾ ਮਨੁੱਖਾ ਜਨਮ ਹੋਰ ਵੀ ਸੁੰਦਰ ਹੋ ਗਿਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ, ਤੇ ਜੇ ਉਹ ਗੁਰੂ ਵਾਲੇ ਬਣ ਕੇ ਗੁਰੂ ਨੂੰ ਭਾ ਗਏ, ਗੁਰਮਤਿ ਅਨੁਸਾਰ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਹਨ, ਗੁਰੂ ਨੂੰ ਚੰਗੇ ਲੱਗ ਗਏ, ਤਾਂ ਗੁਰੂ ਨੇ ਉਹਨਾਂ ਨੂੰ ਆਪਣੇ ਵਿੱਚ ਮਿਲਾਉਣਾ ਕੀਤਾ। ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ੍ਹ ਸਮਝ ਸੁਨੇਹੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਭਾਈ ਗੱਪ ਸਾਹਿਬ, ਭਾਈ ਗੁਰਦਾਸ ਜੀ ਆਪਣੀਆਂ ਵਿਚਾਰਾਂ ਦੇ ਵਿੱਚ, ਆਪਣੀਆਂ ਵਾਰਾਂ ਦੇ ਵਿੱਚ, ਕਿ ਮਨੁੱਖ ਨੂੰ ਭਾਵੇਂ ਖੁਦ ਮੁਖਤਿਆਰੀ ਦਿੱਤੀ ਹੈ, ਮਨੁੱਖ ਮਨਮਤ ਮਗਰ ਲੱਗ ਕੇ ਦੁਖੀ ਹੁੰਦਾ ਹੈ, ਪਰ ਜੇ ਗੁਰੂ ਵਾਲਾ ਬਣ ਜਾਵੇ, ਗੁਰਮੁਖ ਬਣ ਕੇ ਆਪਣਾ ਜਨਮ ਸਫਲਾ ਕਰ ਲਵੇ, ਗੁਰਬਾਣੀ ਪੜ੍ਹ ਸਮਝ ਸੁਨੇਹੀ, ਗੁਰਬਾਣੀ ਨੂੰ ਪੜ੍ਹੇ, ਗੁਰਬਾਣੀ ਨੂੰ ਸਮਝੇ, ਸੁਣੇ, ਗੁਰ ਭਾਈ ਸੰਤੁਸ਼ਟ ਕਰ, ਚਰਨਾ ਅੰਮ੍ਰਿਤ ਲੈ ਮੁਖ ਪਵੇਹੀ। ਤੇ ਆਪਣੇ ਗੁਰ ਭਾਈ ਮਤਲਬ ਗੁਰਸਿੱਖਾਂ ਦੀ ਸੇਵਾ ਕਰੇ, ਸੰਤੁਸ਼ਟ ਕਰਨਾ, ਖੁਸ਼ ਕਰਨਾ, ਸੰਗਤ ਦੀ ਸੇਵਾ ਕਰੇ ਅਤੇ ਚਰਨਾ ਅੰਮ੍ਰਿਤ ਲੈ ਕੇ ਆਪਣੇ ਮੁਖ ਵਿੱਚ ਪਾਵੇ। ਜਿਵੇਂ 10ਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਚਰਨ ਪਹੁਲ ਚੱਲਦੀ ਸੀ, ਜਿਨ੍ਹਾਂ ਨੇ ਗੁਰੂ ਕੋਲੋਂ ਚਰਨ ਅੰਮ੍ਰਿਤ ਲੈ ਕੇ ਗੁਰੂ ਕੇ ਸਿੱਖ ਬਣਨਾ ਕੀਤਾ, ਉਹਨਾਂ ਦੇ ਬਾਰੇ ਭਾਈ ਸਾਹਿਬ ਜੀ ਲਿਖਦੇ ਹਨ ਕਿ ਗੁਰਮੁਖਾਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੇਵਾ ਕਰਕੇ, ਉਹਨਾਂ ਨੂੰ ਖੁਸ਼ ਕਰਕੇ, ਉਹਨਾਂ ਦੇ ਚਰਨਾਂ ਦਾ ਸੇਵਕ ਬਣੇ, ਭਾਵ ਨਿਮਰਤਾ ਗ੍ਰਹਿਣ ਕਰੇ, ਪੈਰੀ ਪਾਵਨ ਨਾ ਛੋਡੀਆ। ਮਨੁੱਖਾ ਜਨਮ ਤਾਂ ਹੀ ਉੱਤਮ ਹੈ ਜੇ ਗੁਰੂ ਵਾਲਾ ਬਣ ਕੇ ਨਿਮਰਤਾ ਭਾਵਨਾ ਰੱਖੇ। ਪੈਰੀ ਪੈਣਾ ਮਤਲਬ ਨਿਮਰਤਾ ਨਹੀਂ ਛੱਡਣੀ ਗੁਰਸਿੱਖ ਨੇ। ਕਲੀ ਕਾਲ ਰਹਿ ਰਾਸ ਕਰੇਹੀ, ਇਹ ਕਲਯੁਗ ਦੇ ਭਿਆਨਕ ਸਮੇਂ ਦਾ ਪ੍ਰੇਮ ਭਾਵਨਾ ਦਾ ਖਜ਼ਾਨਾ ਹੈ। ਰਹਿ ਰਾਸ ਰਸਤੇ ਦੀ ਪੂੰਜੀ, ਉਸ ਰਸਤੇ ਦੀ ਪੂੰਜੀ ਜਿਹੜਾ ਦਰਗਾਹ ਨੂੰ ਜਾਂਦਾ ਹੈ। ਜਦੋਂ ਜੀਵ ਨੇ ਜਾਣਾ ਹੈ ਤਾਂ ਮਾਨੋ ਇਹ ਨਿਮਰਤਾ ਹੀ, ਗੁਰੂ ਕੀ ਸਿੱਖ ਸੰਗਤਾਂ ਦੀ ਸੇਵਾ ਹੀ ਇਸ ਦੀ ਉਸ ਰਸਤੇ ਦੀ ਪੂੰਜੀ ਹੋਵੇਗੀ। ਆਪ ਤਰੇ ਗੁਰਸਿੱਖ ਤਰੇ ਹੀ। ਇਸ ਤਰ੍ਹਾਂ ਐਸਾ ਗੁਰਸਿੱਖ ਆਪ ਵੀ ਤਰਦਾ ਹੈ ਤੇ ਆਪਣੇ ਸੰਗੀਆਂ ਸਾਥੀਆਂ ਦਾ ਵੀ ਉਧਾਰ ਕਰਦਾ ਹੈ, ਉਹਨਾਂ ਨੂੰ ਵੀ ਤਾਰ ਕੇ ਲੈ ਜਾਂਦਾ। ਜਿਸ ਤਰ੍ਹਾਂ ਮਨੁੱਖ ਦਸਾਂ ਨੌਹਾਂ ਦੀ ਕਿਰਤ ਕਰ ਸਕਦਾ ਹੈ, ਇਉਂ ਹੋਰ ਜਿਹੜੇ ਸੰਸਾਰ ਦੇ ਜੀਵ ਹਨ ਉਹ ਹੁਕਮ ਦੇ ਵਿੱਚ ਬੱਝੇ ਹੋਏ ਆਪਣੇ ਕਰਮਾਂ ਨੂੰ ਭੋਗਦੇ ਹੈ। ਮਨੁੱਖ ਚਾਹੇ ਤਾਂ ਚੰਗੇ ਕਰਮ ਕਰਕੇ ਜੰਮਨ ਮਰਨ ਦੇ ਵਿੱਚੋਂ ਨਿਕਲ ਵੀ ਸਕਦਾ ਹੈ। ਕਬੀਰ ਸਾਹਿਬ ਜੀ ਦਾ ਵੀ ਇਹ ਬਚਨ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜਿਉ ਬਣ ਫਲ ਪਾਕੈ ਭੋਏ ਗਿਰੈ, ਬਹੁ ਨ ਲਾਗੈ ਡਾਰ। ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਜਨਮਾਂ ਜਨਮਾਂਤਰਾਂ ਦੇ 84 ਲੱਖ ਜੂਨਾਂ ਦੇ ਜਾਮਿਆਂ ਨੂੰ ਵਰਤਦਿਆਂ ਭੋਗਦਿਆਂ ਮਨੁੱਖਾ ਜਨਮ ਗੁਰੂ ਕਿਰਪਾ ਸਦਕਾ ਪ੍ਰਾਪਤ ਹੋਇਆ। ਤੇ ਸਿੱਖ ਬੇਨਤੀ ਕਰੇ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਹੇ ਮਾਲਕਾ, ਤੇਰੀ ਕਿਰਪਾ ਦੇ ਸਦਕਾ ਅਸੀਂ ਮਨੁੱਖ ਬਣੇ ਹਾਂ, ਤੇ ਹੁਣ ਤੁਸੀਂ ਹੀ ਕਿਰਪਾ ਕਰੋ, ਅਸੀਂ ਇਸ ਮਾਨਸ ਜਾਮੇ ਦੇ ਵਿੱਚੋਂ ਤੇਰੀ ਪ੍ਰਾਪਤੀ ਕਰ ਲਈਏ, ਤੇਰੇ ਦਰਸ਼ਨ ਕਰ ਲਈਏ। ਇਉਂ ਭਾਈ ਸਾਹਿਬ ਜੀ ਨੇ ਇਸ ਤੀਸਰੀ ਪੌੜੀ ਦੇ ਵਿੱਚ, ਜੋ ਪਹਿਲੀ ਵਾਰ ਦੀ ਤੀਸਰੀ ਪੌੜੀ ਹੈ, ਇਹ ਵਿੱਚ ਬਿਆਨ ਕੀਤਾ ਹੈ ਕਿਵੇਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਪਰ ਸ੍ਰਿਸ਼ਟੀ ਦੇ ਵਿੱਚ ਉੱਤਮ ਮਨੁੱਖਾ ਦੇਹੀ ਹੈ ਤੇ ਮਨੁੱਖ ਦਾ ਫਰਜ਼ ਬਣਦਾ ਹੈ ਕਿ ਮਾਨਸ ਜਾਮਾ ਪ੍ਰਾਪਤ ਕਰਕੇ ਗੁਰੂ ਵਾਲਾ ਬਣੇ, ਗੁਰੂ ਦੇ ਲੜ ਲੱਗੇ, ਗੁਰੂ ਦੀ ਕਿਰਪਾ ਪ੍ਰਾਪਤ ਕਰੇ ਤਾਂ ਇਸ ਦਾ ਮਨੁੱਖ ਜਾਮਾ ਸਫਲ ਹੋ ਸਕਦਾ ਹੈ, ਮਾਨਸ ਜਾਮਾ ਸਫਲਾ ਹੋ ਸਕਦਾ ਹੈ। ਅੱਗੇ ਭਾਈ ਸਾਹਿਬ ਜੀ ਚੌਥੀ ਪੌੜੀ ਵੀ ਸੰਸਾਰ ਦਾ ਪਸਾਰਾ ਬਿਆਨ ਕਰਦੇ ਹਨ। ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ। ਉਸ ਓੰਕਾਰ ਨੇ ਜਿਸ ਦਾ ਕੋਈ ਆਕਾਰ ਨਹੀਂ ਸੀ, ਉਸਨੇ ਸ੍ਰਿਸ਼ਟੀ ਨੂੰ ਆਕਾਰ ਰੂਪ ਦੇ ਵਿੱਚ ਲੈ ਕੇ ਆਂਦਾ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਇੱਕ ਵਾਰੀ ਬੋਲਿਆ ਤੇ ਕਹਿੰਦੇ ਸ੍ਰਿਸ਼ਟੀ ਬਣਨੀ ਸ਼ੁਰੂ ਹੋ ਗਈ। ਪੰਜ ਤਤ ਪਰਵਾਨ ਕਰ ਘਟ ਘਟ ਅੰਦਰ ਤ੍ਰੈ ਭਵਨ ਸਾਰਾ। ਪੰਜਾਂ ਤੱਤਾਂ ਨੂੰ ਤਿਆਰ ਕਰਕੇ ਸਰੀਰ ਤਿਆਰ ਕੀਤੇ, ਫਿਰ ਕੱਲੇ ਕੱਲੇ ਸਰੀਰ ਦੇ ਵਿੱਚ ਤਿੰਨੇ ਲੋਕਾਂ ਨੂੰ ਰੱਖ ਦਿੱਤਾ। ਭਗਤ ਪੀਪਾ ਜੀ ਦੇ ਮੁਤਾਬਕ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਇਸ ਤਰ੍ਹਾਂ ਉਹ ਅਕਾਲ ਪੁਰਖ ਨੇ ਅਨੋਖੀ ਰਚਨਾ ਰਚੀ। ਕਾਦਰ ਕਿਨੈ ਨ ਲਖਿਆ ਕੁਦਰਤ ਸਾਜ ਕੀ ਆਏ ਅਵਤਾਰ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਹੈ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਹੀ ਵੜ ਬੈਠਾ, ਇਹਦੇ ਵਿੱਚ ਹੀ ਬਿਰਾਜਮਾਨ ਹੋ ਗਿਆ। ਫਿਰ ਉਹ ਆਪਣੀ ਜੁਗਤੀ ਦੇ ਨਾਲ, ਆਪਣੇ ਢੰਗ ਦੇ ਨਾਲ ਇੱਕ ਦੋ ਕੁਦਰਤ ਲੱਖ ਕਰ ਲੱਖ ਬੇਅੰਤ ਅਸੰਖ ਅਪਾਰਾ। ਫਿਰ ਇੱਕ ਤੋਂ ਲੱਖਾਂ ਹੀ ਜੀਵਾਂ ਨੂੰ ਸਾਜਣਾ ਕੀਤਾ ਔਰ ਲੱਖਾਂ ਤੋਂ ਬੇਅੰਤ ਲੱਖ ਅਸੰਖ ਅਪਾਰ ਬੜੇ ਬੇਅੰਤ ਸ੍ਰਿਸ਼ਟੀ ਦੀ ਬਣਾਉਣਾ ਸ਼ੁਰੂ ਕੀਤਾ ਉਸ ਪਰਿਪੂਰਨ ਪਰਮਾਤਮਾ ਨੇ। ਫਿਰ ਕੱਲੇ ਕੱਲੇ ਜੀਵ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਮੰਡ ਕਰੋੜ ਸ਼ੁਮਾਰ। ਕਹਿੰਦੇ ਰੋਮ ਰੋਮ ਦੇ ਵਿੱਚ ਫਿਰ ਉਸ ਪਰਿਪੂਰਨ ਪਰਮਾਤਮਾ ਨੇ ਪੂਰਾ ਪੂਰਾ ਬ੍ਰਹਮੰਡ ਰੱਖ ਦਿੱਤਾ ਹੈ। ਜਿਵੇਂ ਸਾਡੇ ਸਰੀਰ ਦੇ ਉੱਤੇ ਰੋਮ ਹਨ, ਗੂਠੇ ਤੋਂ ਲੈ ਕੇ ਸਿਰ ਤੱਕ ਰੋਮ ਨੇ ਸਰੀਰਾਂ ਵਿੱਚ ਸ਼ਕਤੀ ਵਰਤਦੀ ਹੈ। ਇੱਕੋ ਸ਼ਕਤੀ ਪੈਰ ਤੋਂ ਲੈ ਕੇ ਸਿਰ ਤੱਕ ਵਰਤਦੀ ਹੈ। ਉਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਰੋਮ ਦੀ ਮੁਨਾਬਕ ਹਾਂ। ਅਸੀਂ ਪ੍ਰਮਾਤਮਾ ਦਾ ਇੱਕ ਰੋਮ ਹਾਂ ਤੇ ਹਰ ਮਨੁੱਖ ਦੇ ਵਿੱਚ, ਹਰ ਜਾਮੇ ਦੇ ਵਿੱਚ, ਹਰ ਜੀਵ ਦੇ ਵਿੱਚ ਉਸਨੇ ਪੂਰਾ ਪੂਰਾ ਬ੍ਰਹਮੰਡ ਰੱਖ ਦਿੱਤਾ। ਇੱਕ ਬ੍ਰਹਮੰਡ ਵਿੱਚ 10-10 ਕਰ ਅਵਤਾਰ ਉਤਾਰਾ। ਫਿਰ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੇ ਇੱਥੇ ਹੀ ਵਸ ਨਹੀਂ, ਹਰੇਕ ਬ੍ਰਹਮੰਡ ਵਿੱਚ 10-10 ਅਵਤਾਰ ਵੀ ਪੈਦਾ ਕੀਤੇ। ਭਾਵ ਬੇਅੰਤ ਬ੍ਰਹਮੰਡ ਤੇ ਬੇਅੰਤ ਹੀ ਅਵਤਾਰ ਸਾਜਨੇ ਕੀਤੇ। ਕੇਤੇ ਵੇਦ ਵਿਆਸ ਕਰ ਕਈ ਕਤੇਵ ਮੁਹੰਮਦ ਜਾਰਾ। ਅਨੇਕਾਂ ਹੀ ਵੇਦਾਂ ਨੂੰ ਰਚਣ ਵਾਲੇ ਬ੍ਰਹਮਾ ਤੇ ਫਿਰ ਅਨੇਕਾਂ ਹੀ ਵੇਦਾਂ ਦੀ ਵਿਆਖਿਆ ਕਰਨ ਵਾਲੇ ਵਿਆਸ ਵਰਗੇ ਵਿਆਖਿਆਕਾਰ ਰਿਸ਼ੀ ਮੁਨੀ ਪੈਦਾ ਕੀਤੇ ਹਰ ਇਲਾਕੇ ਵਿੱਚ, ਹਰ ਥਾਂ ਦੇ ਉੱਤੇ। ਬੇਅੰਤ ਹੀ ਕਤੇਬ ਵਰਗੇ ਗ੍ਰੰਥ ਤੇ ਬੇਅੰਤ ਹੀ ਮੁਹੰਮਦ ਵਰਗੇ ਤੇ ਬੇਅੰਤ ਹੀ ਮੁਹੰਮਦ ਦੇ 4000 ਜਿਹੜੇ ਰਚੇ ਹਨ। ਦੁਨੀਆ ਦਾ ਬੇਅੰਤ ਪਸਾਰਾ ਕੀਤਾ ਉਸ ਪਰਿਪੂਰਨ ਪਰਮਾਤਮਾ ਨੇ। ਕੁਦਰਤ ਇੱਕ ਏਤਾ ਪਸਾਰਾ। ਇਸ ਤਰ੍ਹਾਂ ਉਸ ਪਰਿਪੂਰਨ ਪਰਮਾਤਮਾ ਦੀ ਕੁਦਰਤ ਅਨੋਖੀ ਹੈ। ਉਹ ਬੇਅੰਤ ਖੰਡਾਂ ਬ੍ਰਹਮੰਡਾਂ ਨੂੰ ਰਚਣ ਵਾਲੀ ਸ਼ਕਤੀ ਦਾ ਭੇਦ ਲੱਭਣ ਲਈ ਪੁਰਾਤਨ ਸਮੇਂ ਤੋਂ ਹੀ ਅਨੰਤ ਰਿਸ਼ੀਆਂ ਮੁਨੀਆਂ ਪੀਰ ਪੈਗੰਬਰ ਔਲੀਆਂ ਨੇ ਆਪੋ ਆਪਣੀ ਸ਼ਕਤੀ ਦੁਆਰਾ ਯਤਨ ਕੀਤੇ, ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਿਆ। ਪ੍ਰੀਤਮ ਦਾ ਬਚਨ ਹੈ, ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ।
ਜਾਂ ਤਾਂ ਉਹਨਾਂ ਨੂੰ ਹੰਕਾਰ ਹੋ ਗਿਆ, ਟੇਢੀਆਂ ਜੂਨਾਂ ਵਿੱਚ ਪੈ ਗਏ, ਤੇ ਜਾਂ ਫਿਰ ਜਿਨ੍ਹਾਂ ਨੇ ਪਾ ਲਿਆ ਉਹ ਉਸ ਦੇ ਵਿੱਚ ਮਿਲ ਗਏ। ਨਾਮਦੇਵ ਜੀ ਦਾ ਬਚਨ ਹੈ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖੰਜੂਰ। ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਜਿਨ੍ਹਾਂ ਨੇ ਹਰੀ ਨੂੰ ਪਾਲਿਆ, ਹਰੀ ਨੂੰ ਉਹਨਾਂ ਨੇ ਆਪਣੇ ਵਿੱਚ ਸਮਾ ਲਿਆ, ਹਰੀ ਨੇ ਉਹਨਾਂ ਨੂੰ ਆਪਣੇ ਵਿੱਚ ਸਮਾ ਲਿਆ। ਤੂੰ ਤੂੰ ਕਰਤੇ ਤੂੰ ਭਇਆ, ਮੁਝ ਮੈਂ ਰਹਾ ਨਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਇਸ ਤਰ੍ਹਾਂ ਪਰਿਪੂਰਨ ਪਰਮਾਤਮਾ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ ਉਸ ਇੱਕ ਅਕਾਲ ਪੁਰਖ ਨੇ ਸਾਰੇ ਹੀ ਬ੍ਰਹਿਮੰਡਾਂ ਵਿੱਚ ਸਮੇਂ-ਸਮੇਂ ਤੇ ਅਵਤਾਰ ਆਉਂਦੇ ਰਹਿੰਦੇ ਹਨ। ਸਾਰੀ ਹੀ ਧਰਤੀ ਤੇ ਸਮੇਂ-ਸਮੇਂ ਤੇ ਦੁਨੀਆ ਦਾ ਮਾਰਗ ਦਰਸ਼ਨ ਕਰਨ ਵਾਲੇ ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਜਨਮ ਮਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਦੇ ਮਹਾਵਾਕ ਅਨੁਸਾਰ ਇਸ ਮਾਤ ਲੋਕ ਦੇ ਵਿੱਚ ਬੇਅੰਤ ਹੀ ਸ੍ਰਿਸ਼ਟੀ ਦੇ ਸਾਜਣ ਵਾਲੇ ਬ੍ਰਹਮਾ ਵਰਗੇ ਪੈਦਾ ਹੋਏ ਔਰ ਬੇਅੰਤ ਹੀ ਵੇਦ, ਬੇਅੰਤ ਹੀ ਕਤੇਬ ਅਤੇ ਬੇਅੰਤ ਹੀ ਮੁਹੰਮਦ ਵਰਗੇ ਅਵਤਾਰ ਦੁਨੀਆ ਵਿੱਚ ਆਏ ਤੇ ਚਲੇ ਗਏ ਜੀਵਾਂ ਨੂੰ ਮਾਰਗ ਦਰਸ਼ਨ ਕਰਕੇ। ਭਾਈ ਸਾਹਿਬ ਜੀ ਲਿਖਦੇ ਹਨ, ਉਸ ਦਾ ਅੰਤ ਲੈਣ ਲਈ ਬਹੁਤ ਗਏ ਪਰ ਬੇਅੰਤ ਦਾ ਅੰਤ ਨਹੀਂ ਪਾ ਸਕੇ। ਅਖੀਰ ਆਪਣਾ ਅੰਤ ਕਰ ਬੈਠੇ। ਇਸੇ ਖਿਆਲ ਨੂੰ ਮੁੱਖ ਰੱਖ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਚਾਰ ਕੀਤੀ, ਅੰਤ ਕੋ ਚਾਹਣ ਜੋਗ ਐਸੇ ਆਏ ਅੰਤ ਗਵਾਏ। ਇਹ ਸੀ ਅੱਜ ਦੇ ਪਵਿੱਤਰ ਬਚਨਾਂ ਦੀ ਵਿਚਾਰ। ਆਪ ਜੀ ਨੇ ਪਹਿਲੀ ਵਾਰ ਦੀ ਚੌਥੀ ਪੌੜੀ ਸਰਵਣ ਕੀਤੀ, ਅੱਗੇ ਪੰਜਵੀਂ ਪੌੜੀ ਫਿਰ ਅਕਾਲ ਪੁਰਖ ਨੇ ਕਿਵੇਂ ਸਮੇਂ ਦੀ ਵੰਡ ਕੀਤੀ, ਜਿਸ ਨੂੰ ਅਸੀਂ ਪਹਿਲਾਂ ਯੁੱਗਾਂ ਵਿੱਚ ਵੰਡਦੇ ਹਾਂ ਅਤੇ ਫਿਰ ਅੱਗੇ ਚੱਲ ਕੇ ਉਸ ਨੂੰ ਗੁਰੂ ਪਿਆਰੋ ਸਾਲਾਂ ਮਹੀਨਿਆਂ ਦਿਨ ਰਾਤ ਵਿੱਚ ਵੰਡਦੇ ਹਾਂ। ਇਹ ਵਿਚਾਰ ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਅੱਜ ਦੀਆਂ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮਾਂ ਸਮਾਪਤੀ ਤੇ ਆ। ਮੋਲ ਦੇ ਆਖਰ ਬਾਅਦ ਘੱਟ ਹੋ ਜਾਂਦੇ ਆ। ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਮਿਲਾਓ ਫਤਿਹ ਪਾਓ ਫਤਿਹ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।